ਜਿਹੜੀ ਆਪਾਂ ਕਹਿੰਦੇ ਆ ਨਾ ਵੀ 15 ਅਗਸਤ 1947 1947 ਨੂੰ ਆ ਸਾਡਾ ਜਿਹੜਾ ਮੁਲਕ ਹੈ ਭਾਰਤ ਵਰਸ਼, ਜਿਹਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ, ਵੀ ਇਹਨੂੰ ਆਜ਼ਾਦੀ ਮਿਲੀ, ਇੱਥੇ ਦੇ ਲੋਕਾਂ ਨੂੰ ਆਜ਼ਾਦੀ ਮਿਲੀ। ਮੈਂ ਸਮਝਦਾ ਇੱਥੇ ਦੇ ਲੋਕਾਂ ਨੂੰ ਨਹੀਂ ਆਜ਼ਾਦੀ ਮਿਲੀ। ਆਜ਼ਾਦੀ ਕਿਹਨਾਂ ਨੂੰ ਮਿਲੀ ਜੀ? ਇੱਥੇ ਦੇ ਹਾਕਮਾਂ ਨੂੰ ਆਜ਼ਾਦੀ ਮਿਲੀ ਸੀ। ਹਾਕਮਾਂ ਨੂੰ ਪਹਿਲਾਂ ਇੱਥੇ 15 ਅਗਸਤ 1947 ਤੋਂ ਪਹਿਲਾਂ ਇੱਥੇ ਵਿਦੇਸ਼ੀ ਹਾਕਮ ਸੀ, ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ ਹਾਕਮ ਸੀ ਇੱਥੇ ਕਾਬਜ਼। 1947 ਤੋਂ ਬਾਅਦ ਅੰਗਰੇਜ਼ ਹਾਕਮ ਚਲੇ ਗਏ ਤੇ ਇੱਥੇ ਦੇ ਜਿਹੜੇ ਹਾਕਮ ਸੀ ਉਹ ਇਸ ਭਾਰਤ ਵਰਸ਼ ਦੇ ਉੱਪਰ ਕਾਇਮ ਹੋ ਗਏ। ਜਿਹੜਾ ਆਮ ਆਦਮੀ ਸੀ, ਆਮ ਮਨੁੱਖ ਸੀ, ਚਾਹੇ ਉਹ ਸਿੱਖ ਦੇ ਰੂਪ 'ਚ, ਚਾਹੇ ਹਿੰਦੂ ਦੇ ਰੂਪ 'ਚ, ਚਾਹੇ ਮੁਸਲਮਾਨ ਦੇ ਰੂਪ 'ਚ, ਆਮ ਆਦਮੀ ਨੂੰ ਕੋਈ ਆਜ਼ਾਦੀ ਨਹੀਂ ਸੀ। ਜੇ ਆਮ ਆਦਮੀ ਨੂੰ ਆਜ਼ਾਦੀ ਹੁੰਦੀ ਤੇ 15 ਅਗਸਤ 1947 ਤੋਂ ਬਾਅਦ ਜਿਹੜਾ ਵੰਡਾਰਾ ਹੋਇਆ, ਵੰਡ ਹੋਈ ਭਾਰਤ ਪਾਕਿਸਤਾਨ ਦੀ, ਉਹ ਵੰਡ ਨਹੀਂ ਸੀ ਹੋਣੀ। ਉਹ ਵੰਡ ਕਿਉਂ ਹੋਈ? ਤੇ ਸ਼ਾਇਦ ਆਪ ਜੀਆਂ ਨੂੰ ਪਤਾ ਹੋਵੇ, ਇਹ ਭਾਰਤ ਪਾਕਿਸਤਾਨ ਦੀ ਵੰਡ ਵਿੱਚ ਜੇ ਸਭ ਤੋਂ ਵੱਧ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਨਾ ਜੀ, ਉਹ ਹੋਰ ਕੋਈ ਕੌਮ ਨਹੀਂ, ਸਿੱਖ ਕੌਮ ਦਾ ਹੋਇਆ। 25 ਲੱਖ ਦੇ ਕਰੀਬ, 25 ਲੱਖ ਦੇ ਕਰੀਬ ਸਿੱਖਾਂ ਦੇ ਘਰ ਘਾਟ ਉਜੜ ਗਏ, ਜਿਹੜੇ ਪਾਕਿਸਤਾਨ ਦੇ ਵਿੱਚੋਂ ਆ ਭਾਰਤ ਵਰਸ਼ ਦੀ ਧਰਤੀ ਤੇ ਆ ਕੇ ਦੁਬਾਰਾ ਇੱਥੇ ਉਹਨਾਂ ਨੇ ਜਿਹੜਾ ਸੀ ਉਹ ਇਸਟੈਬਲਿਸ਼ ਹੋਣਾ ਸੀ। ਉੱਥੇ ਬਣੀਆਂ ਬਣਾਈਆਂ ਜ਼ਮੀਨਾਂ ਛੱਡਣੀਆਂ ਪਈਆਂ, ਬਣੇ ਬਣਾਏ ਘਰ ਛੱਡਣੇ ਪਏ। ਫਿਰ ਉੱਥੋਂ ਤੋਂ ਲੈ ਕੇ ਇੱਥੇ ਆਉਣ ਤੀਕਰ ਜਿਹੜਾ ਰਸਤੇ ਦੇ ਵਿੱਚ ਉਹਨਾਂ ਨੂੰ ਤਸ਼ੱਦਦ ਸਹਿਣਾ ਪਿਆ, ਉਹ ਇੱਕ ਵੱਖਰਾ ਸੀ। ਕਈਆਂ ਸਿੱਖਾਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਗਈਆਂ, ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਕਤਲੇਆਮ ਹੋਇਆ। ਸਭ ਤੋਂ ਵੱਡਾ ਜਿਹੜਾ ਇਹਦਾ ਘਾਤ ਸੀ ਨਾ, ਫੱਟ ਸੀ, ਉਹ ਪੰਜਾਬ ਦੇ ਵਸਨੀਕਾਂ ਨੂੰ ਲੱਗਾ ਸੀ। ਇਹ ਮੈਂ ਤੇ ਇੰਜ ਆਖਦਾ ਹੁੰਨਾ, ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ, ਉਹ ਵੰਡ ਹੋਈ ਸੀ ਪੰਜਾਬ ਦੀ। ਪੰਜਾਬ ਦੀ ਵੰਡ ਹੋਈ ਸੀ। 25 ਲੱਖ ਦੇ ਕਰੀਬ ਸਿੱਖਾਂ ਨੂੰ ਉਸ ਸਮੇਂ ਵੰਡ ਦਿੱਤਾ ਗਿਆ। ਅੱਜ ਵੀ ਆਪਾਂ ਅਰਦਾਸ ਕਰਦੇ ਆ ਨਾ ਜੀ, ਅੱਜ ਵੀ ਅਰਦਾਸ ਕਰਦੇ, ਤੇ ਅੱਜ ਵੀ ਅਰਦਾਸ ਵਿੱਚ ਆਪਾਂ ਇੱਕ ਬੋਲ ਆਖਦੇ ਹਾਂ, ਸ਼ਾਇਦ ਆਪ ਜੀਆਂ ਨੇ ਕਦੀ ਧਿਆਨ ਦਿੱਤਾ ਹੋਵੇ। ਅਖੀਰ ਦੇ ਵਿੱਚ ਆਪਾਂ ਇੱਕ ਅਰਦਾਸ ਕਰਦੇ ਹਾਂ ਵੀ ਜਿਨ੍ਹਾਂ ਗੁਰੂ ਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ, ਉਹ ਗੁਰੂ ਜਿਹੜੇ ਧਾਮ ਨੇ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸਿੱਖਾਂ ਨੂੰ ਬਖਸ਼ੋ ਮਹਾਰਾਜ ਜੀ। ਇਹ ਆਪਾਂ ਕਹਿੰਦੇ ਹਾਂ ਨਾ ਜੀ। ਤੁਹਾਨੂੰ ਪਤਾ ਹੋਵੇ 170 ਦੇ ਕਰੀਬ, ਕਿਸੇ ਵਿਦਵਾਨ ਨੇ 169 ਵੀ ਲਿਖਿਆ, ਪਰ ਐਸਟੀਮੇਟ ਲਾਈਏ 170 ਦੇ ਕਰੀਬ ਗੁਰੂ ਧਾਮ ਜਿਹੜੇ ਆ, ਜਿਵੇਂ ਜਨਮ ਅਸਥਾਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦਾ ਨਨਕਾਣਾ ਸਾਹਿਬ, ਉਹ ਸਾਡੇ ਤੋਂ ਵਿਛੜ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਿਤਨੇ ਜਿਹੜੇ ਸਨ, ਉਹ ਮਹਾਰਾਜ ਜੀ ਹੁਣਾਂ ਦੇ ਚਰਨ ਛੋਹ ਅਸਥਾਨ ਸਾਡੇ ਤੋਂ ਵਿਛੜ ਗਏ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਅਸਥਾਨ, ਪ੍ਰਕਾਸ਼ ਸਥਾਨ, ਉਹ ਸਾਡੇ ਤੋਂ ਵਿਛੜ ਗਿਆ। 170 ਦੇ ਕਰੀਬ ਗੁਰੂ ਧਾਮ 1947 ਦੀ ਵੰਡ ਵੇਲੇ ਸਾਡੇ ਤੋਂ ਜੁਦਾ ਹੋ ਗਏ। ਜਿਹੜਾ ਕਤਲੇਆਮ ਹੋਇਆ ਉਹ ਇੱਕ ਵੱਖਰਾ, ਘਰ ਘਾਟ ਉਜੜੇ ਉਹ ਵੱਖਰੇ, ਜ਼ਮੀਨਾਂ ਜਾਇਦਾਦਾਂ ਬਰਬਾਦ ਹੋ ਗਈਆਂ ਉਹ ਵੱਖਰੀਆਂ, ਗੁਰੂ ਧਾਮ ਜਿਹੜੇ ਨੇ ਆ ਸਿੱਖਾਂ ਤੋਂ ਦੂਰ ਚਲੇ ਗਏ ਉਹ ਵੱਖਰੇ। ਅੱਜ ਜਿਵੇਂ ਆਪਾਂ ਦਰਬਾਰ ਸਾਹਿਬ ਜਾ ਕੇ ਆਪਾਂ ਮੱਥਾ ਟੇਕ ਲੈਂਦੇ ਆ, ਕੋਈ ਕਿਸੇ ਗੱਲ ਦੀ ਪਾਬੰਦੀ ਨਹੀਂ, ਰੋਕ ਟੋਕ ਨਹੀਂ। ਕੀ ਤੁਸੀਂ ਇੰਜ ਕਦੀ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕ ਸਕਦੇ ਹੋ ਜੀ? ਕਿਤਨੇ ਪ੍ਰਕਾਰ ਦੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ, ਵੀਜ਼ਾ ਲਵਾਉਣਾ ਪੈਂਦਾ ਹੈ, ਫਿਰ ਪ੍ਰੋਟੈਕਸ਼ਨ ਲੈ ਕੇ ਫਿਰ ਤੁਹਾਨੂੰ ਜਾਣਾ ਪੈਂਦਾ ਨਨਕਾਣਾ ਸਾਹਿਬ ਮਸਤਕ ਝੁਕਾਉਣ ਵਾਸਤੇ। ਇਹ ਕਿਉਂ ਹੋਇਆ ਜੀ? ਇਹ ਵੰਡ ਕਰਕੇ ਹੋਇਆ। ਸ਼ਾਇਦ ਆਪ ਜੀਆਂ ਨੂੰ ਪਤਾ ਨਾ ਹੋਵੇ, ਇਹ ਵੰਡ ਜੇਕਰ ਇੱਥੇ ਦੇ ਸਿਆਸਤਦਾਨ ਇੱਥੇ ਦੇ ਰਾਜਨੀਤਿਕ ਉਸ ਵਕਤ ਦੇ ਮੌਜੂਦਾ ਲੀਡਰ ਜੇ ਚਾਹੁੰਦੇ ਤੇ ਇਹ ਵੰਡ ਕਦੀ ਹੋ ਨਹੀਂ ਸੀ ਪਾਣੀ। ਪਰ ਉਸ ਵਕਤ ਦੇ ਬੁੱਢੇ ਹੋ ਚੁੱਕੇ ਸਿਆਸਤਦਾਨ, ਜਿਵੇਂ ਮਹਾਤਮਾ ਗਾਂਧੀ ਜੀ ਹੁਣਾਂ ਦੀ ਗੱਲ ਕਰ ਲਈਏ, ਮੋਤੀ ਲਾਲ ਨਹਿਰੂ ਵਰਗੇ, ਜਾਂ ਪੰਡਿਤ ਜਵਾਹਰ ਲਾਲ ਨਹਿਰੂ ਵਰਗਿਆਂ ਦੀ ਗੱਲ ਕਰ ਲਈਏ, ਜਾਂ ਵੱਲਭ ਭਾਈ ਪਟੇਲ ਵਰਗਿਆਂ ਦੀ ਗੱਲ ਕਰ ਲਈਏ, ਇਹ ਸਿਆਸਤਦਾਨ ਬੁੱਢੇ ਹੋ ਚੁੱਕੇ ਸੀ ਉਸ ਵਕਤ। ਇਹਨਾਂ ਨੇ ਚਾਹਿਆ
कि भी ये पाकिस्तान ते भारत की वंड हो जाए। ठीक है, उपरों लोगों के विच ये गल रखी गई भी अगर भारत ते पाकिस्तान की वंड होएगी तो साडियां लाशां दे उपर होएगी, पर एक भी सियासतदान की लाश, एक भी राजनीतिक मौजूदा लीडर की लाश उस वक्त नहीं डिगी जमीन के उपर। जे किसी दियां लाशां डिगियां इस भारत वर्ष की धरती ते, वो आम आदमी दियां लाशां डिगियां। आम आदमी दियां लाशां दे उपर इन्हां सियासतदानां ने इस भारत ते पाकिस्तान की वंड करनी मंजूर कर ली सी। जे ये चाहुंदे ते नहीं सी वंड हो सकती। अज जदों गल चली भी 1947 नूं अंग्रेज़ां ने आख्या भी ठीक आ असी आज़ादी दे दिन्ने आ, तुसी आपस च फैसला कर दो भी इत्थे किहदी सियासत होएगी, किहदी पार्टी इत्थे मुख होएगी, कौन इत्थे दा प्रधानमंत्री होएगा। उस वक्त जदों गल चली 3 बंदियां दे नाम उस समय मुख सी। एक सी पंडित जवाहर लाल नेहरू, दूसरा सी इत्थे दा वल्लभ भाई पटेल, तीसरा सी मुहम्मद जिन्ना मुसलमानों का जिहड़ा पाकिस्तान का जिहड़ा मुखी लीडर सी। इन्हां दे विच उस समय गल चली ते कहंदे भी अंग्रेज़ां ने सलाह दी तुसीं वोटां पा लो। वैसे तो साडी कौम का भी लीडर सी भाई बलदेव सिंह उस समय सिख लीडरशिप दे विच सी, जिहड़ा उस वक्त पंडित जवाहर लाल नेहरू दे नाल मिल गया सी। ये अपनी निजी परस्ती करके, अपने स्वार्थ हित करके पंडित जवाहर लाल नेहरू नाल मिल के इन्हें कोई मुद्दा चकिया ही नहीं। उस समय संसद में अंग्रेज़ों के सामने भी सिखां नूं भी एक वखरा मुल्क चाहिए है। हालांकि मुहम्मद जिन्ना ने उन्हें वखरा मुल्क मंगया, पंडित जवाहर लाल नेहरू ने भारत की मंग की, पर जिहड़ा साडी कौम का लीडर सी ना बलदेव सिंह, इन्हें एक बारी भी मुद्दा ना चक्या भी सिखां नूं भी वखरा मुल्क चाहिए है। शायद उस वक्त की सब तो वड्डी जिहड़ी गलती सी ना जी, जो उस वक्त के मौजूदा साडी कौम के लीडर सन उन्होंने कीतियां, उन्हां गलतियां दा खमियाना अज तक साडी कौम नूं भुगतना पै रहा है। अज तक उन्हां उस वक्त के मौजूदा लीडर सियासतदानां दियां सब तो वड्डियां गलतियां दा खमियाना। पंडित जवाहर लाल नेहरू ने मुहम्मद जिन्ना अते पटेल दे विचकार वोटां होईयां, 13 वोटां दे नाल पटेल जित गया, उहदे हक विच 13 वोटां पै गईयां, एक वोट मिली पंडित जवाहर लाल नेहरू नूं। पर यह जिहड़ा सियासतदान सी चलाक किस्म का बंदा सी। ठीक आ, अज बहुत प्रचार होया भी पंडित जवाहर लाल नेहरू ऐसे आ भी वैसे आ भी इत्थे दे सारियां दे चाचे लगदे आ जी, बच्चियां नूं सिखाया गया चाचा पंडित जवाहर लाल नेहरू। पर असल दे विच जे आपां हिस्टरी नूं पढ़ के वेखीए ना जी, तो सारे पर्दे नशर हो जाणगे। इन्हें महात्मा गांधी जी नूं इह गल आखी कि महात्मा जी, जे मैनू तुसी इस मुल्क का प्रधानमंत्री ने ना बनाया तो फिर मैं एक कांग्रेस पार्टी जिहड़ी है ना इनू तोड़ देंगा। मैनू प्रधानमंत्री बनाओ, मैं चाहुंदा प्रधानमंत्री बनना, मैं नहीं चाहुंदा भी पटेल प्रधानमंत्री बने, होर मैं वेट नहीं कर सकता। जे तुसा मैनू प्रधानमंत्री ना बनाया मैं कांग्रेस पार्टी तोड़ देंगा। महात्मा गांधी जी उन्होंने मुख मन्निया जाता सी, उन्हों की कई गल का आदर किया जाता सी। हालांकि शायद आप जियां नूं पता होवे जिहड़ी आज़ादी की असीं गल करते हैं, ठीक आ अज महात्मा गांधी नूं राष्ट्रपिता कह के इस भारत वर्ष के धरती के उपर पूजिया जाता है, पर महात्मा गांधी ने इतना संघर्ष मैं समझदा हाँ इतना वड्डा योगदान आज़ादी वास्ते नहीं दिता जितना वड्डा योगदान इत्थे सिखां ने आज़ादी वास्ते दिता है। आ जिहड़ी मैं एक खिंड विचों बाहर निकल रही गल मैं फिर उत्थे आ तुहाडे नाल सांझी करांगा। आ जिहड़ा आपां कहने आ भी ना महात्मा गांधी जी ने असहयोग अंदोलन चलाया, फिर नाम मिलवर्तन अंदोलन चलाया 1918 दे विच। शायद आप जियां नूं पता होवे महात्मा गांधी ने भारत नूं जिहड़े उस वक्त प्रोग्राम दिते सी, ये प्रोग्राम महात्मा गांधी ने अपने बनाए नहीं सी दिते हुए। 1869 विच नामधारी संस्था के मुखी बाबा राम सिंह जी, चलो ठीक है अज आपां नामधारी कूका करके उन्होंने याद करते हैं, चेता करते हैं,
पर है तो साडी कौम का ही वो एक पार्ट ना जी, सिखां का ही एक पार्ट, सिखां विचों ही वखरे होए ने नामधारी। आपां कह सकते हैं वो एक सिख उस समय सी बाबा राम सिंह जी, जिन्हां ने 1869 विच पंजाब की धरती ते एक प्रोटेस्ट शुरू किया। वो प्रोटेस्ट ये सी, बाबा राम सिंह हुणां ने भारत वर्ष के लोगों नूं ये गल आखी भी ए भारत वर्ष के लोगों, जे असी चाहुंदे आ भी इस मुल्क दे विचों अंग्रेज चले जाण, सानू आज़ादी मिल जाए, तो फिर तुसी वड्डी पद्धर ते मेरा साथ दिओ। मैं एक प्रोटेस्ट प्रारंभ किया है, अज तो बाद असी अंग्रेज़ां दे नाल ना मिल वरतन की नीति अपनाउणी है। अंग्रेजी जबान का बाईकाट कर दिओ, कोई अंग्रेजी जबान अंग्रेजी भाषा ना बोले, अंग्रेजी लिबास का बाईकाट कर दिओ, कोई अंग्रेज़ां दीयां फैक्ट्रियां विचों बने हुए लिबास कपड़े ना पहने, अंग्रेजी किताबां का बाईकाट कर दिओ, अंग्रेजी स्कूलों यूनीवर्सिटी कॉलेजां का स्टूडेंट बाईकाट कर देन, अंग्रेजी नौकरियां का बाईकाट कर दिता जाए। कहण तो भाव जिहड़ी भी चीज़ ब्रिटिश सरकार दे नाल जुड़दी है ना, हर एक उस चीज़ का बाईकाट कर दिता जाए। जे अज पूरा भारत इस बाईकाट करने वाली नीति नूं अडोप्ट कर लवे, बाबा राम सिंह ने आख्या भी नेपाल नरेश की भी असी सहायता ले लई है, उधर रूस का जिहड़ा राष्ट्रपति है उहदी भी असी सहायता ले लई है। जे तुसी मेरा साथ दिओ तो आपां अंग्रेज़ां नूं मुल्क विचों बाहर कर सकदे आ। पर उस वक्त सार संगत अफसोस की वड्डी गल ये सी, पंजाब तो बाहर किसी एक भी हिंदुस्तान के बंदे ने, भारत दे कहे जाते भारतीय व्यक्ति ने बाबा राम सिंह कूका का साथ नहीं दिता। ते वो साथ ना देन करके प्रोटेस्ट तो होया, पर पंजाब विचों आवाज़ तो उठी, पर मुट्ठी पर सिखां दी आवाज़ उठी, जिस वजह करके उस वक्त ये जिहड़ा अंदोलन सी वड्डे पद्धर ते फेल हो गया। आ जिहड़ी अज इत्थे दे लोग कहंदे ना भी गऊ साडी माँ है, शायद आप जियां नूं पता होवे, ये नामधारी सिखां दीयां जिहड़ियां कुर्बानियां ने उन्हां नूं भी आपां आखो पर के नहीं कर सकते। 1869 विच बाबा राम सिंह होना ने प्रोटेस्ट शुरू किया सी। 1871 दे विच गऊ हत्या दे विरोध विच, गऊ हत्या विरोध विच नामधारी सिखां ने मिल के प्रोटेस्ट शुरू किया सी। उन्होंने कई बुचड़खाने ढा दिते सी, आख्या भी इत्थे गऊआं दा कतल नहीं किया जाएगा। अंग्रेज़ां ने वो प्रोटेस्ट करने वाले नामधारी सिखां नूं गिरफ्तार कर लिया। फिर मिलटरी दे विच जिहड़े नामधारी सी उन्होंने मिलटरी विच सामराज की गल की, असला खाना के उपर कब्जा करने की गल की। उस वक्त 1872 विच नामधारी सिखां नूं गिरफ्तार करके ना जी 64 के करीब नामधारी सिख सन, जिन्हां नूं तोफां दे सामने खड़ा के अंग्रेज़ां ने जूंदे उड़ा दिता सी। कारण की सी, वजह की सी, वो आज़ादी की लड़ाई लड़ रहे सी। ये 1869 की गल आ। जे आपां गल करिए 1914 की गल, 1918 विच महात्मा गांधी चलाउंदे ना असहयोग अंदोलन, 1914 विच बसबट घाट कलकत्ते की धरती ते कतलेआम होया। आ जिहड़ा कामा घाटा मारू जहाज़ दा तुसीं शायद इतिहास पढ़िया होवे, कामा घाटा मारू जहाज़ जिहदा नाम गुरु नानक जहाज़ भी रखिया गया सी। इस जहाज़ नूं भारत की धरती तो कैनेडा की धरती लैके जाण वाला कौन सी? बाबा गुरदित्त सिंह, ये हीरो सी उस वक्त। ते जदों वापस अंग्रेज़ां ने इत्थे भारत की धरती ते भेजिया वो जहाज़, इत्थे दे वसनीक कलकत्ते की बंदरगाह के उत्ते उतरे, ते उस वक्त अंग्रेज़ां ने इन्हां दे उपर हमला किया। 400 के करीब उस वक्त उस जहाज़ में जिहड़े सवार मुसाफिर सी उन्हां दा कतलेआम होया। जान के तुहानूं हैरानी होएगी 355 उन्हां विचों सिख सी। 1913 च जलियांवाले बाग की जिहड़ी आपां घटना पढ़ते हैं जी, कतलेआम होया, जनरल डायर ने गोलियां चलाइयां। 1300 के करीब उत्थे लोगों ने शहादत का जाम पीता। उन्हां 1300 दे विचों 700 के करीब ते सिखां की गिनती सी। आ जिहड़ी तुसां फौज की गल करते हो भी सुभाष चंद्र बोस ने जिहड़ी है इत्थे आज़ाद हिंद फौज चलाई,
ਜਿਹਦੀ 48,000 ਗਿਣਤੀ ਸੀ ਸਿਪਾਹੀਆਂ ਦੀ। ਸ਼ਾਇਦ ਆਪ ਜੀਆਂ ਨੂੰ ਪਤਾ ਹੋਵੇ 48,000 ਵਿੱਚੋਂ 28,000 ਗਿਣਤੀ ਆਜ਼ਾਦ ਹਿੰਦ ਫੌਜ ਵਿੱਚ ਸਿੱਖਾਂ ਦੀ ਸੀ। ਤੇ ਇਹਦੇ ਤੋਂ ਇਲਾਵਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ, ਉਹ ਆਜ਼ਾਦ ਹਿੰਦ ਫੌਜ ਦੀ ਜਿਹੜੀ ਨੀਂਹ ਸੀ ਨਾ, ਉਹ ਇੱਕ ਸਿੱਖ ਨੇ ਰੱਖੀ ਸੀ, ਜਰਨਲ ਮੋਹਨ ਸਿੰਘ ਹੋਣਾ ਨੇ। ਫਿਰ ਸਰਦਾਰ ਅਜੀਤ ਸਿੰਘ, ਸ਼ਹੀਦ ਸਰਦਾਰ ਭਗਤ ਸਿੰਘ ਦੇ ਚਾਚਾ ਜੀ, ਇਹਨਾਂ ਨੇ ਪਗੜੀ ਸੰਭਾਲ ਅੰਦੋਲਨ ਸ਼ੁਰੂ ਕੀਤਾ ਸੀ। ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਗਦਰ ਪੱਤਰਿਕਾ ਇਹਨਾਂ ਨੇ ਸ਼ੁਰੂ ਕੀਤੀ। ਫਿਰ ਸਰਦਾਰ ਸੋਹਣ ਸਿੰਘ ਭਕਨਾ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਗਦਰ ਪਾਰਟੀ ਉਹਨਾਂ ਨੇ ਸ਼ੁਰੂ ਕੀਤੀ। ਅਮਰੀਕਾ ਕੈਨੇਡਾ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ ਜਿਹੜੇ ਲੋਕ ਰਹਿ ਰਹੇ ਸਨ ਉਹਨਾਂ ਨੂੰ ਇਕਜੁੱਟ ਕੀਤਾ। ਇਹ ਸਾਰੇ ਜਿੰਨੇ ਵੀ ਕਾਰਜ ਕੀਤੇ ਗਏ ਇਹ ਆਜ਼ਾਦੀ ਦੇ ਵਾਸਤੇ ਸੀ ਤੇ ਇਹਦੇ ਵਿੱਚ ਸਿੱਖਾਂ ਨੇ ਸਭ ਤੋਂ ਮੂਹਰੇ ਹੋ ਕੇ ਯੋਗਦਾਨ ਪਾਇਆ। 1921 ਤੋਂ ਲੈ ਕੇ 1924 ਤੱਕ ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਹਦੇ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਫਿਰ ਆ ਸਾਕਾ ਨਨਕਾਣਾ ਵਰਤਿਆ, ਤਰਨ ਤਾਰਨ ਸਾਹਿਬ ਗੁਰਧਾਮਾਂ ਨੂੰ ਛੁਡਾਉਣ ਵਾਸਤੇ ਮੋਰਚਾ ਲੱਗਿਆ। ਚਾਬੀ ਵਾਲੇ ਮੋਰਚੇ ਦੀ, ਗੰਗਸਰ ਮੋਰਚੇ ਦੀ ਗੱਲ ਕਰ ਲਈਏ, 1921 ਤੋਂ ਲੈ ਕੇ 1924 ਤੱਕ ਮੋਰਚੇ ਲੱਗਦੇ ਰਹੇ। ਇਹ ਮੋਰਚੇ ਵੀ ਜਿੱਥੇ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਮੋਰਚੇ ਸਨ, ਉੱਥੇ ਅੰਗਰੇਜ਼ਾਂ ਨੂੰ ਭਾਰਤ ਵਰਸ਼ ਤੋਂ ਬਾਹਰ ਪਹੁੰਚਾਉਣ ਵਾਸਤੇ ਇੱਕ ਸੁਤੰਤਰਤਾ ਸੰਗਰਾਮ ਦੇ ਮੋਰਚੇ ਵੀ ਸਨ। ਇਹ ਸਾਰੀਆਂ ਗੱਲਾਂ ਅੱਖੋਂ ਪਰਖੇ ਕੀਤੀਆਂ ਗਈਆਂ। ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਪਿਆਰਿਓ, ਮੁੱਠੀ ਭਰ ਗਿਣਤੀ ਹੈ ਇਸ ਭਾਰਤ ਦੀ ਧਰਤੀ ਤੇ ਸਿੱਖਾਂ ਦੀ। ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਸਿੱਖ, ਪਰ 98% ਜਿਹੜੀਆਂ ਕੁਰਬਾਨੀਆਂ ਨੇ ਉਹ ਆਜ਼ਾਦੀ ਦੇ ਵਾਸਤੇ ਸਿੱਖ ਕੌਮ ਨੇ ਦਿੱਤੀਆਂ ਹੋਈਆਂ ਨੇ। 98%। ਪਰ ਤੁਸੀਂ ਦੇਖੋ ਇਰਦ ਗਿਰਦ 98% ਜਿਸ ਕੌਮ ਨੇ ਆਜ਼ਾਦੀ ਵਾਸਤੇ ਯੋਗਦਾਨ ਪਾਇਆ ਹੋਵੇ, ਜਿਸ ਦੇ ਵਸਨੀਕਾਂ ਨੇ ਆਜ਼ਾਦੀ ਵਾਸਤੇ ਆਪਣਾ ਤਨ ਮਨ ਧਨ ਕੁਰਬਾਨ ਕਰ ਦਿੱਤਾ ਹੋਵੇ, ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਹੋਵੇ, ਅੰਗਰੇਜ਼ਾਂ ਦੀਆਂ ਗੋਲੀਆਂ ਸੀਨੇ ਵਿੱਚ ਖਾਧੀਆਂ ਹੋਣ, ਉਹਨਾਂ ਦੀਆਂ ਸੰਮਾਂ ਵਾਲੀਆਂ ਡਾਂਗਾਂ ਸਿਰ ਦੇ ਉੱਤੇ ਖਾਧੀਆਂ ਹੋਣ, ਐਸੀ ਕੌਮ ਜਿਹਨੇ ਬੇਅੰਤ ਕੁਰਬਾਨੀਆਂ ਪਰਿਵਾਰਾਂ ਸਮੇਤ ਦਿੱਤੀਆਂ ਹੋਣ, ਉਸ ਕੌਮ ਨੂੰ ਇਸ ਆਜ਼ਾਦੀ ਵਿੱਚੋਂ ਕੀ ਮਿਲਿਆ ਜੀ? ਆਪਾਂ ਗੱਲ ਕਰੀਏ ਵੀ ਇਸ ਪੰਜਾਬ ਦੀ, ਠੀਕ ਆ, ਇਸ ਪੰਜਾਬ ਦੀ ਧਰਤੀ ਤੇ ਆਪਾਂ ਸਾਹ ਜ਼ਰੂਰ ਲੈਣੇ ਆ, ਪਰ ਇਹ ਸਾਹ ਵੀ ਜਿਹੜੇ ਆ ਇਹ ਭੀਖ ਦੇ ਵਿੱਚ ਸਾਨੂੰ ਮਿਲੇ ਹੋਏ ਆ। 1947 ਵਿੱਚ ਭਾਰਤ ਤੇ ਆਜ਼ਾਦ ਹੋਇਆ, ਪਰ ਸਿੱਖ ਆਜ਼ਾਦ ਨਹੀਂ ਸੀ ਹੋਏ। ਸ਼ਾਇਦ ਆਪ ਜੀਆਂ ਨੂੰ ਪਤਾ ਹੋਵੇ ਸਿੱਖ ਆਜ਼ਾਦ ਨਹੀਂ ਸੀ ਹੋਏ। ਆ ਪੰਜਾਬ ਜਿਹੜਾ ਬਣਿਆ ਨਾ, ਇਹ 1960 ਦੇ ਵਿੱਚ ਪੰਜਾਬ ਬਣਿਆ। ਆ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੈਂ ਗੱਲ ਕਰ ਰਿਹਾ ਸਾਂ, ਇਹਨੇ ਮਹਾਤਮਾ ਗਾਂਧੀ ਨੂੰ ਆਖਿਆ ਸੀ ਵੀ ਮੈਨੂੰ ਪ੍ਰਧਾਨ ਮੰਤਰੀ ਬਣਾਓ, ਜੇ ਮੈਨੂੰ ਨਾ ਬਣਾਇਆ ਮੈਂ ਕਾਂਗਰਸ ਪਾਰਟੀ ਦੇ ਟੁਕੜੇ ਟੁਕੜੇ ਕਰ ਦਿਆਂਗਾ, ਅੰਗਰੇਜ਼ ਕਦੀ ਪੰਜਾਬ ਇੱਥੋਂ ਭਾਰਤ ਚੋਂ ਨਹੀਂ ਜਾਣਗੇ। ਮਹਾਤਮਾ ਗਾਂਧੀ ਨੇ ਇੱਕ ਲੈਟਰ ਲਿਖੀ, ਚਿੱਠੀ ਲਿਖੀ ਵੱਲਭ ਭਾਈ ਪਟੇਲ ਨੂੰ, ਆਖਿਆ ਵੀ ਪਟੇਲ ਜੀ, ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੈ, ਬੇਸ਼ੱਕ ਤੇ ਤੁਹਾਨੂੰ 13 ਵੋਟਾਂ ਮਿਲੀਆਂ ਨੇ, ਪਰ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੈ ਉਹ ਤੁਹਾਨੂੰ ਛੱਡਣਾ ਪਏਗਾ। ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦੇ ਆ, ਉਹਨਾਂ ਨੇ ਸਾਰੀ ਗੱਲ ਦੱਸੀ ਵੀ ਕਾਂਗਰਸ ਟੁੱਟ ਜਾਏਗੀ, ਅੰਗਰੇਜ਼ ਇੱਥੇ ਕਾਬਜ਼ ਰਹਿ ਜਾਣਗੇ, ਨਾ ਅਸੀਂ ਕੁਰਸੀਆਂ ਦਾ ਆਨੰਦ ਮਾਣ ਸਕਾਂਗੇ, ਨਾ ਤੁਹਾਨੂੰ ਕੁਰਸੀ ਮਿਲੇਗੀ। ਗੱਲ ਤੇ ਕੀ, ਲੜਾਈ ਦੀ ਸਾਰੀ ਕੁਰਸੀ ਦੀ ਸੀ। ਆਮ ਬੰਦੇ ਨੂੰ ਨਹੀਂ ਸੀ ਇਸ ਗੱਲ ਦਾ ਪਤਾ। ਜਿਹੜੇ ਸੁਪਨੇ ਲੈ ਕੇ ਭਗਤ ਸਿੰਘ ਵਰਗਿਆਂ ਨੇ ਫਾਂਸੀ ਦੇ ਰੱਸੇ ਚੁੰਮੇ, ਜਿਹੜੇ ਸੁਪਨੇ ਲੈ ਕੇ ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦ ਹੋਏ, ਜਾਂ ਸੈਂਕੜੇ ਮਰਜੀਵੜੇ ਸ਼ਹੀਦ ਹੋਏ, ਉਹ ਸੁਪਨਿਆਂ ਦੀ ਆਜ਼ਾਦੀ ਤੇ ਸੁਪਨਿਆਂ ਵਿੱਚ ਹੀ ਰਹਿ ਗਈ ਆ ਜੀ। ਇਸ ਭਾਰਤ ਵਰਸ਼ ਦੀ ਧਰਤੀ ਤੇ ਉਹ ਆਜ਼ਾਦੀ ਤੇ ਅੱਜ ਕਾਇਮ ਨਹੀਂ ਜੇ ਹੋ ਪਾਈ। ਤੇ ਉਸ ਵਕਤ ਫਿਰ ਕਹਿੰਦੇ ਨੇ ਮਹਾਤਮਾ ਗਾਂਧੀ ਦੇ ਕਹਿਣ ਤੇ ਪਟੇਲ ਨੇ ਇਹ ਗੱਲ ਮਨਜ਼ੂਰ ਕਰ ਲਈ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲਾ ਪ੍ਰਧਾਨ ਮੰਤਰੀ ਬਣਿਆ ਸੀ ਇਸ ਭਾਰਤ ਵਰਸ਼ ਦਾ। ਤੇ ਇਹ ਜਿਹੜੀਆਂ ਗੱਲਾਂ ਸੀ ਨਾ ਜੀ, ਉਹ ਕਹਿੰਦੇ ਸੀ ਵੀ ਜਦੋਂ ਅਸੀਂ ਪ੍ਰਧਾਨ ਮੰਤਰੀ ਬਣ ਜਾਾਂਗੇ, ਦੇਸ਼ ਆਜ਼ਾਦ ਹੋ ਜਾਾਂਗੇ, ਸਿੱਖਾਂ ਨੂੰ ਇਹਨਾਂ ਦਾ ਵੱਖਰਾ ਸੂਬਾ ਮਿਲੇਗਾ। ਕੋਈ ਵੱਖਰਾ ਸੂਬਾ ਨਹੀਂ। ਜਦੋਂ ਸਿੱਖਾਂ ਨੇ ਗੱਲ ਰੱਖੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਇਹ ਕਹਿਣਾ ਸੀ ਵੀ वो बात और थी आज बात और है, वो दिन और थे आज दिन और है, ਵੀ ਉਹ ਪਿਛਲਾ ਸਮਾਂ ਲੰਘ ਗਿਆ, ਅੱਜ ਗੱਲ ਕਰੋ, ਅੱਜ ਕਿਸੇ ਨੂੰ ਕੋਈ ਵੱਖਰਾ ਸੂਬਾ ਨਹੀਂ ਦਿੱਤਾ ਜਾਏਗਾ। 1960 ਤੀਕ 10-12 ਸਾਲ ਲੰਮਾ ਸੰਘਰਸ਼ ਫਿਰ ਦੁਬਾਰਾ ਸਿੱਖਾਂ ਨੂੰ ਕਰਨਾ ਪਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜੇਲ੍ਹਾਂ ਵਿੱਚ ਕੈਦ ਹੋਏ, ਤਸ਼ੱਦਦ ਢਾਏ ਗਏ, ਕੁਰਬਾਨੀਆਂ ਹੋਈਆਂ, ਤਾਂ ਜਾ ਕੇ ਪੰਜਾਬ ਮਿਲਿਆ। ਤੇ ਪੰਜਾਬ ਵੀ ਲੰਗੜਾ,
ਇਹਦੇ ਵਿੱਚੋਂ ਚੰਡੀਗੜ੍ਹ ਅਲੱਗ ਹੋ ਗਿਆ, ਅੰਬਾਲਾ ਅਲੱਗ ਹੋ ਗਿਆ, ਪੰਜਾਬੀ ਬੋਲਦੇ ਇਲਾਕੇ ਹਰਿਆਣੇ ਵਰਗੇ, ਹਿਮਾਚਲ ਜਿਹੜੇ ਨਾਲ ਲੱਗਦੇ ਸੀ ਸਾਰੇ ਜੁਦਾ ਕਰ ਦਿੱਤੇ ਗਏ। ਛੋਟੀ ਜੀ ਇੱਕ ਸਟੇਟ ਬਣਾ ਕੇ ਇਹ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੀ ਗਈ। ਦੇ ਤਾਂ ਦਿੱਤੀ ਗਈ ਪਰ ਇੱਥੇ ਫਿਰ ਵੀ ਜਿਹੜਾ ਰਾਜ ਸੀ ਉਹ ਸੈਂਟਰ ਦਾ ਹੀ ਚੱਲਦਾ ਰਿਹਾ। ਸ਼ਾਇਦ ਇਹ ਇੱਕ ਵੱਡਾ ਕਾਰਨ ਸੀ ਆ ਸੰਤ ਜਰਨੈਲ ਖਾਲਸਾ ਵਰਗ, ਭਿੰਡਰਾਂ ਵਾਲੇ ਵਰਗੇ ਸੰਤਾਂ ਨੂੰ ਮੂਹਰੇ ਆ ਕੇ ਸਿੱਖਾਂ ਨੂੰ ਇਕੱਤਰ ਕਰਕੇ ਹਥਿਆਰਬੰਦ ਲੜਾਈ ਲੜਨੀ ਪਈ। ਅੱਜ ਬੇਸ਼ੱਕ ਤੇ ਇੱਥੇ ਦਾ ਮੀਡੀਆ ਬੇਸ਼ੱਕ ਤੇ ਉਹਨਾਂ ਨੂੰ ਆਖੇ ਵੀ ਉਹ ਆਤੰਕਵਾਦੀ ਸੀ, ਖਾੜਕੂ ਸੀ, ਇਹੋ ਜਿਹੇ ਉਹਨਾਂ ਦੇ ਨਾਮ ਦੇ ਉੱਪਰ ਲੇਬਲ ਚਪਕਾਏ ਜਾਂਦੇ ਨੇ, ਪਰ ਜੇ ਸਿੱਖ ਹਥਿਆਰ ਚੱਕ ਕੇ ਲੜਾਈ ਕਰਨ ਤੇ ਮਜਬੂਰ ਹੋਏ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਇਹ ਸੀ ਜਿਹੜੇ ਵਾਅਦੇ ਮਹਾਤਮਾ ਗਾਂਧੀ ਵਰਗੇ, ਪਟੇਲ ਵਰਗੇ, ਮੋਤੀ ਲਾਲ ਨਹਿਰੂ ਵਰਗੇ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਕਰਦੇ ਰਹੇ ਸਿੱਖਾਂ ਨਾਲ, ਉਹ ਸਾਰੇ ਵਾਅਦੇ ਸਿੱਖਾਂ ਤੋਂ ਤੋੜ ਦਿੱਤੇ ਗਏ। ਇੱਕ ਵੀ ਵਾਅਦਾ ਸਿੱਖਾਂ ਨਾਲ ਨਹੀਂ ਨਿਭਾਇਆ ਗਿਆ। 1984 ਦਾ ਭਾਣਾ ਅਸੀਂ ਨਹੀਂ ਭੁੱਲੇ। 1984 ਤੋਂ ਬਾਅਦ ਦਿੱਲੀ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਦਾ ਇਨਸਾਫ ਸਿੱਖੋ ਅੱਜ ਤੱਕ ਸਾਨੂੰ ਨਹੀਂ ਮਿਲਿਆ, ਜਦ ਕਿ ਸਾਰੇ ਸਬੂਤ ਪੇਸ਼ ਹਨ, ਪਰ ਅੱਜ ਵੀ ਕੋਰਟ ਕਚਹਿਰੀਆਂ ਵਿੱਚ ਉਹ ਕਤਲੇਆਮ ਦੇ ਜਿਹੜਾ ਕੇਸ ਹੈ ਉਹ ਉਸੇ ਤਰ੍ਹਾਂ ਪੈਂਡਿੰਗ ਹੈ ਜੀ। ਕੋਈ ਉਹਦਾ ਅੱਜ ਤੱਕ ਇਨਸਾਫ ਨਹੀਂ, ਨਾ ਨਿਆਂਪਾਲਕਾਂ ਦੇ ਵਿੱਚ, ਨਾ ਨਿਆਂਪਾਲਕਾਂ ਨੇ ਇਨਸਾਫ ਦਿੱਤਾ ਹੈ। ਸਿੱਖਾਂ ਦੀ ਵੀ ਇੱਕ ਗੱਲ, ਪਰ ਆਮ ਜਿਹੜਾ ਬੰਦਾ ਹੈ ਅੱਜ ਵੀ ਗਰੀਬੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਅੱਜ ਵੀ ਜਿਹੜਾ ਹੈ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅੱਜ ਵੀ ਇੱਥੇ ਸੈਂਕੜੇ ਦੇ ਤਾਦਾਦ ਵਿੱਚ ਅੱਜ ਵੀ ਭਾਰਤ ਦੀ ਧਰਤੀ ਤੇ ਸਮੱਸਿਆਵਾਂ ਉਵੇਂ ਹੀ ਬਣੀਆਂ ਹੋਈਆਂ ਨੇ ਜਿਵੇਂ 1947 ਤੋਂ ਪਹਿਲਾਂ ਸਮੱਸਿਆਵਾਂ ਬਣੀਆਂ ਹੋਈਆਂ ਸੀ। ਅਖੀਰ ਵਿੱਚ ਇੱਕ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ, ਆ ਦਿੱਲੀ ਕਦੀ ਤੁਸੀਂ ਜਾਂਦੇ ਹੋ ਨਾ ਜੀ, ਸ਼ਾਇਦ ਤੁਹਾਨੂੰ ਪਤਾ ਹੋਵੇ 50 ਏਕੜ ਦੇ ਕਰੀਬ, 50 ਏਕੜ ਦੇ ਵਿੱਚ ਜਿਹੜੀ ਹੈ ਸਮਾਧੀ ਬਣੀ ਆ ਪੰਡਿਤ ਜਵਾਹਰ ਲਾਲ ਨਹਿਰੂ ਦੀ, ਸੰਜੇ ਗਾਂਧੀ ਦੀ ਤੇ ਜਵਾਹਰ ਲਾਲ ਨਹਿਰੂ ਦੀ ਇਕੱਠੀ ਸਮਾਧੀ ਬਣੀ 50 ਏਕੜ ਜ਼ਮੀਨ ਦੇ ਅੰਤਰਗਤ। ਫਿਰ 45 ਏਕੜ ਦੇ ਅੰਤਰਗਤ ਸਮਾਧੀ ਬਣੀ ਹੋਈ ਆ ਮਹਾਤਮਾ ਗਾਂਧੀ ਦੀ, 40 ਏਕੜ ਦੇ ਵਿੱਚ ਸਮਾਧੀ ਬਣੀ ਹੋਈ ਆ ਇੰਦਰਾ ਗਾਂਧੀ ਦੀ, 15 ਏਕੜ ਜ਼ਮੀਨ ਘੇਰ ਕੇ ਸਮਾਧੀ ਉਹਨਾਂ ਦੀ ਯਾਦਗਾਰ ਬਣਾਈ ਹੋਈ ਆ ਰਾਜੀਵ ਗਾਂਧੀ ਦੀ। ਇਤਨੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਘੇਰ ਕੇ ਏਕੜਾਂ ਦੇ ਹਿਸਾਬ ਨਾਲ ਆ ਦਿੱਲੀ ਦੀ ਧਰਤੀ ਤੇ ਇਹਨਾਂ ਦੀਆਂ ਯਾਦਗਾਰਾਂ ਬਣਾਈਆਂ ਹੋਈਆਂ ਨੇ। ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਵੀ ਇਤਨੀਆਂ ਜ਼ਮੀਨਾਂ ਘੇਰ ਕੇ ਇਹਨਾਂ ਦੀਆਂ ਯਾਦਗਾਰਾਂ ਬਣਾ ਦਿੱਤੀਆਂ, ਉਹਨਾਂ ਯਾਦਗਾਰਾਂ ਤੋਂ ਭਾਰਤ ਨੂੰ ਕੀ ਮੁਨਾਫਾ ਮਿਲ ਰਿਹਾ ਹੈ? ਜਿਹੜੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਤਨ ਮਨ ਧਨ ਅਸਲ ਵਿੱਚ ਕੁਰਬਾਨ ਕਰ ਦਿੱਤਾ, ਇਹ ਤਾਂ ਸਿਆਸੀ ਲੀਡਰ ਸੀ। ਇਹਨਾਂ ਨੇ ਤਾਂ ਕੁਰਸੀਆਂ ਦਾ ਆਨੰਦ ਮਾਣਿਆ, ਐਸ਼ ਬਰਸਤੀ ਕੀਤੀ ਤੇ ਹਕੂਮਤ ਚਲਾਈ, ਤੇ ਇਹਨਾਂ ਦੀਆਂ ਇਤਨੀਆਂ ਵੱਡੀਆਂ ਯਾਦਗਾਰਾਂ ਇੰਨੀਆਂ ਏਕੜ ਜ਼ਮੀਨਾਂ ਘੇਰ ਕੇ ਬਣਾਈਆਂ ਗਈਆਂ। ਪਰ ਜਿਨ੍ਹਾਂ ਨੇ ਅਸਲ ਵਿੱਚ ਯੋਗਦਾਨ ਦਿੱਤਾ, ਅਸਲ ਵਿੱਚ ਫਾਂਸੀ ਦੇ ਤਖਤਿਆਂ ਤੇ ਲਟਕ ਗਏ, ਉਹਨਾਂ ਦੀਆਂ ਕਿਹੜੀਆਂ ਯਾਦਗਾਰਾਂ ਨੇ? ਉਹਨਾਂ ਦੇ ਪਿੰਡ ਵਿੱਚ ਛੋਟੀਆਂ ਮੋਟੀਆਂ ਯਾਦਗਾਰਾਂ ਬਣਾਈਆਂ ਹੋਈਆਂ। ਇਤਨੀਆਂ ਵੱਡੀਆਂ ਯਾਦਗਾਰਾਂ ਬਣਾਉਣ ਦਾ ਕੋਈ ਮਾਇਨਾ ਹੈ, ਕੋਈ ਮੀਨਿੰਗ ਹੈ? ਉੱਥੇ ਤੁਸੀਂ ਦਿੱਲੀ ਜਾ ਕੇ ਦੇਖੋ, ਉੱਥੇ ਰੇਲਵੇ ਸਟੇਸ਼ਨ ਦੇ ਇਰਦ ਗਿਰਦ ਗੰਦੀਆਂ ਬਸਤੀਆਂ ਬਣੀਆਂ ਹੋਈਆਂ ਨੇ, ਜਿਹਦੇ ਵਿੱਚ ਪਤਾ ਨਹੀਂ ਕਿੰਨੇ ਗਰੀਬ ਗਰੂਬੜੇ ਜਿਹੜੇ ਲੋਕ ਨੇ ਆਪਣਾ ਜੀਵਨ ਬਸਰ ਕਰ ਰਹੇ ਨੇ। ਫੁੱਟਪਾਥ ਤੇ ਰਾਤ ਨੂੰ ਸੋ ਕੇ ਕਿੰਨੇ ਲੋਕ ਜੀਵਨ ਬਸਰ ਕਰਦੇ ਆ। ਕਿਤਨੇ ਐਸੇ ਮਜਬੂਰ ਲੋਕ ਆ ਬੇਰੁਜ਼ਗਾਰੀ ਲਈ ਧੱਕੇ ਖਾ ਰਹੇ ਆ, ਕੋਈ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਨਹੀਂ, ਕੋਈ ਉਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਨਹੀਂ, ਗਰੀਬੀ ਭੋਗ ਭੋਗ ਕੇ ਦੁਨੀਆ ਤੋਂ ਚਲੇ ਜਾਣਾ। ਸੋ ਇਹ ਜਿਹੜੀਆਂ ਯਾਦਗਾਰਾਂ ਬਣਾਈਆਂ ਗਈਆਂ, ਇੰਨੀਆਂ ਵੱਡੀਆਂ ਜ਼ਮੀਨਾਂ ਘੇਰੀਆਂ ਗਈਆਂ, ਇਹਨਾਂ ਨੇ ਕੀ ਕੌਮ ਇਹ ਭਾਰਤ ਵਰਸ਼ ਵਾਸਤੇ ਇਤਨਾ ਵੱਡਾ ਯੋਗਦਾਨ ਦਿੱਤਾ। ਸੋ ਮੇਰੇ ਕਹਿਣ ਤੋਂ ਭਾਵ ਆਜ਼ਾਦੀ ਬੇਸ਼ੱਕ ਤੇ ਆਪਾਂ ਕਹਿੰਦੇ ਵੀ ਮਿਲੀ, ਪਰ ਆਜ਼ਾਦੀ ਅੱਜ ਵੀ ਨਹੀਂ। ਅੱਜ ਵੀ ਤੁਸੀਂ ਸੱਚ ਦੀ ਗੱਲ ਲੋਕਾਂ ਤੱਕ ਨਹੀਂ ਰੱਖ ਸਕਦੇ। ਕਿਸਾਨ ਅੱਜ ਵੀ ਪ੍ਰੋਟੈਸਟ ਕਰ ਰਹੇ ਆ ਵੀ ਸਾਨੂੰ ਸਾਡੀ ਮਿਹਨਤ ਦਾ ਮੁੱਲ ਦੇ ਦਿਓ, ਪਰ ਸੈਂਟਰ ਸਰਕਾਰ ਅੱਜ ਵੀ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਉਹ ਗਲ ਵਿੱਚ ਫਾਹੇ ਲਾ ਕੇ ਅੱਜ ਵੀ ਕਿਸਾਨ ਮਰ ਰਹੇ ਆ। ਕਿਸਾਨ ਭਰਾ, ਪਾਣੀ ਦਾ ਮਸਲਾ, ਪਾਣੀ ਦਾ ਮੁੱਦਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇੱਥੇ ਜੇ ਆਜ਼ਾਦੀ ਮਿਲੀ, ਤੇ ਮੈਂ ਫਿਰ ਉਹੀ ਗੱਲ ਦੁਹਰਾਵਾਂਗਾ, ਆਜ਼ਾਦੀ ਮਿਲੀ ਹੈ ਹਾਕਮਾਂ ਨੂੰ, ਹਾਕਮਾਂ ਨੂੰ ਆਜ਼ਾਦੀ ਮਿਲੀ ਹੈ, ਆਮ ਬੰਦੇ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਰੀਰ ਬੇਸ਼ੱਕ ਤੇ ਆਜ਼ਾਦ ਹੈ, ਸੋਚ ਫਿਰ ਵੀ ਅੱਜ ਗੁਲਾਮ ਦੀ ਗੁਲਾਮ ਹੀ ਬਣੀ ਹੋਈ ਆ।
ਸਤਿਗੁਰ ਜੀ ਕਿਰਪਾ ਕਰਨ, ਕਿਉਂਕਿ ਪਿਆਰਿਓ ਇਹ ਵੀ ਗੱਲਾਂ ਡਿਸਕਸ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਸਾਨੂੰ ਚੇਤਾ ਬਣਿਆ ਰਵੇ। ਜੋ ਕੁਝ ਅੱਜ ਕੌਮ ਸਾਡੀ ਤਸ਼ੱਦਦ ਸਹਿ ਚੁੱਕੀ ਆ ਜਾਂ ਸਹਿ ਰਹੀ ਆ, ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ। ਜੋ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਵਾਹ ਨਹੀਂ ਕਰਦੇ, ਉਹਨਾਂ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਆ। 1947 ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿਤਨੀ ਦਫਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਚੁੱਕੀ। ਬਰਗਾੜੀ ਕਾਂਡ ਆ 3-4 ਸਾਲ ਹੋ ਚੱਲੇ ਆ, ਮੋਰਚਾ ਲਾ ਕੇ ਸਿੰਘ ਬੈਠੇ ਹੋਏ, ਉਹਦਾ ਇਨਸਾਫ ਅੱਜ ਤੱਕ ਨਹੀਂ ਮਿਲ ਰਿਹਾ ਜੀ। ਤੇ ਕੀ ਆਪਾਂ ਆਜ਼ਾਦੀ ਦੀ ਗੱਲ ਕਰਾਂਗੇ ਜੀ। ਸੋ ਖੈਰ, ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਪਿਆਰਿਓ, ਸਾਨੂੰ ਆਪਣੇ ਇਤਿਹਾਸ ਤੋਂ ਵਾਕਿਫ ਹੋਣਾ ਚਾਹੀਦਾ ਹੈ। ਮੇਰਾ ਬਸ ਕੇਵਲ ਕਹਿਣ ਦਾ ਇਹੀ ਮੋਟਿਵ ਸੀ। ਆਓ ਰਲ ਮਿਲ